ਕਿਸਾਨੀ ਅੰਦੋਲਨ ਸਿਖਰ ਤੇ ਪਹੁੰਚ ਗਿਆ, ਪਰ ਨਾਲ ਦੀ ਨਾਲ ਇੱਕ ਅਜਿਹੇ ਮੋੜ ਤੇ ਖੜਿਆ ਜਿਹਨੂੰ ਦੇਖ ਕੇ ਇਸ ਅੰਦੋਲਨ ਨਾਲ ਜੁੜਿਆ ਹਰੇਕ ਵਿਅਕਤੀ ਚਿੰਤਤ ਹੈ, ਮੰਥਨ ਕਰ ਰਿਹਾ ਹੈ ਔਰ ਅਰਦਾਸਾਂ ਕਰ ਰਿਹਾ ਹੈ ਵੀ ਇਹ ਕ੍ਰਾਈਸਿਸ, ਇਹ ਡੈਡ ਲੋਕ, ਇਹ ਟਕਰਾਅ ਜਲਦੀ ਖਤਮ ਹੋਵੇ। ਇਸੇ ਵਿਸ਼ੇ ਤੇ ਅੱਜ ਅਸੀਂ ਮੰਥਨ ਕਰਾਂਗੇ ਵੀ ਇਹ ਡੈਡ ਲੋਕ, ਇਹ ਟਕਰਾਅ ਕਿਵੇਂ ਖਤਮ ਹੋਏਗਾ। ਔਰ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਪ੍ਰਮੋਦ ਕੁਮਾਰ ਜੀ, ਜਿਹੜੇ IDC ਦੇ ਡਾਇਰੈਕਟਰ ਨੇ ਔਰ ਜਿਨ੍ਹਾਂ ਨੇ ਪੰਜਾਬ ਦੀਆਂ ਇਸ ਰੀਜਨ ਦੀਆਂ ਵੱਖ-ਵੱਖ ਲੋਕ ਲਹਿਰਾਂ ਨੂੰ, ਲੋਕ ਮੁੱਦਿਆਂ ਨੂੰ ਬਹੁਤ ਨੇੜਿਓਂ ਐਨਾਲਿਸਿਸ ਕੀਤਾ ਹੈ। ਡਾਕਟਰ ਸਾਹਿਬ ਤੁਹਾਡਾ ਵੈਲਕਮ ਕਰਦੇ ਹਾਂ PTC ਚੈਨਲ ਤੇ। ਔਰ ਮੰਥਨ ਇਹੀ ਹੈ, ਪਹਿਲਾ ਸਵਾਲ ਇਹੀ ਹੈ ਵੀ ਹੁਣ ਜਿੱਥੇ ਖੜਾ ਅੰਦੋਲਨ, ਤੁਹਾਨੂੰ ਕੀ ਲੱਗਦਾ ਇਹਦੇ ਚੋਂ ਕੀ ਨਿਕਲੇਗਾ, ਕੀ ਗਵਾਚੇਗਾ, ਕੀ ਮਿਲੇਗਾ? ਦੇਖੋ, ਇਹ ਜਿਹੜੀ ਕਿਸਾਨ ਐਜੀਟੇਸ਼ਨ ਹੈ, ਪਹਿਲੇ ਤਾਂ ਇਹ ਸਮਝ ਲਈਏ ਕਿ ਇਹ ਅਲੱਗ ਕਿਉਂ ਹੈ ਔਰ ਇਹਦੀ ਲੋੜ ਕੀ ਸੀ। ਮੈਨੂੰ ਪਹਿਲੇ ਤਾਂ ਇਹ ਲੱਗਦਾ ਹੈ ਵੀ ਹਿਸਟੋਰੀਕਲੀ ਇਹ ਪਹਿਲੇ ਆਣੀ ਚਾਹੀਦੀ ਸੀ, ਕਾਫੀ ਪਹਿਲੇ ਆ ਜਾਣੀ ਚਾਹੀਦੀ ਸੀ। ਉਹ ਕਿਉਂ ਜੀ? ਇਹਦਾ ਡਿਲੇ ਹੋ ਗਈ ਹੈ ਕਿਉਂਕਿ ਇਹ ਜਿਹੜਾ ਕ੍ਰਾਈਸਿਸ ਸੀ ਪੰਜਾਬ 'ਚ ਐਗਰੀਕਲਚਰ ਦਾ, ਇਹ ਕਾਫੀ ਸਮੇਂ ਤੋਂ 1986 ਤੋਂ ਬਾਅਦ, 85 ਤੋਂ ਬਾਅਦ ਇਹ ਕ੍ਰਾਈਸਿਸ ਚੱਲਿਆ ਹੋਇਆ। ਔਰ ਅਸੀਂ ਉਸ ਵੇਲੇ ਵੀ ਗੱਲਾਂ ਕਰਦੇ ਸੀ ਕਿ ਡਾਇਵਰਸੀਫਿਕੇਸ਼ਨ ਕਰੋ ਜੀ ਐਗਰੀਕਲਚਰ ਦੀ, ਜਾਂ ਹੋਰ ਜਰੀਏ ਇਨਕਮ ਪੈਦਾ ਕਰਨ ਲਈ ਕਿਸਾਨ ਨੂੰ ਮਿਲਣੇ ਚਾਹੀਦੇ ਨੇ, ਐਗਰੋ ਪ੍ਰੋਸੈਸਿੰਗ ਕਰੋ। ਇਹ ਵਿਚਾਰ ਉਦੋਂ ਹੀ ਚੱਲਦੇ ਸੀ। ਤੇ ਮੈਨੂੰ ਇਹ ਲੱਗਦਾ ਵੀ ਇਹ ਓਵਰਡਿਊ ਸੀ, ਆ ਗਈ, ਚੰਗਾ ਹੋਇਆ। ਤੁਹਾਡਾ ਮਤਲਬ ਇਹ ਖੇਤੀ ਕਾਨੂੰਨ ਬਹਾਨਾ ਬਣ ਗਿਆ? ਇਹ ਇੱਕ ਤਰ੍ਹਾਂ ਦਾ ਬਹਾਨਾ ਬਣ ਗਿਆ ਔਰ ਇਹ ਚੰਗਾ ਬਹਾਨਾ ਬਣਿਆ। ਕਿਉਂਕਿ ਇਹਦੇ ਕਰਕੇ ਸਾਨੂੰ ਇੱਕ ਸੋਚਣ ਦੀ, ਜਿਹੜੇ ਲੋਕ ਚਿੰਤਾ ਕਰਨਾ ਚਾਹੁੰਦੇ ਨੇ, ਜਾਂ ਪਾਲਿਸੀ ਪਲੈਨਰ ਨੇ ਜਾਂ ਕਿਸਾਨ ਨੇ, ਇਹਨਾਂ ਨੂੰ ਐਗਰੀਕਲਚਰ ਦੇ ਭਵਿੱਖ ਬਾਰੇ ਪੰਜਾਬ 'ਚ ਕੀ ਹੋਏਗਾ, ਪੰਜਾਬ ਹਰਿਆਣੇ 'ਚ, ਉਹਦੇ 'ਚ ਮੌਕਾ ਮਿਲਿਆ ਉਹਦੇ ਬਾਰੇ ਚਿੰਤਾ ਕਰਨ ਲਈ, ਵਿਚਾਰ ਕਰਨ ਲਈ, ਨਵੀਂ ਸੋਚ ਪੈਦਾ ਕਰਨ ਲਈ। ਔਰ ਇਹਦੇ ਨਾਲ ਜਿਹੜੀ ਮੈਂ ਯੂਨੀਕ ਗੱਲ ਦੂਜੀ ਜਿਹੜੀ ਦੇਖਦਾ ਕਿ ਇਹਦੇ 'ਚ 31 ਸੰਸਥਾਵਾਂ ਕਿਸਾਨੀ ਦੀ ਜੁੜੀਆਂ ਨੇ, ਔਰ ਜਿਨ੍ਹਾਂ ਦੀ 32 ਹੋ ਗਈਆਂ ਔਰ ਉਹਨਾਂ ਦੇ ਆਪਣੇ ਵਿਚਾਰ ਅਲੱਗ-ਅਲੱਗ ਨੇ, ਪਰ ਇੱਕੋ ਪਲੇਟਫਾਰਮ ਤੋਂ ਇੱਕ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਹੋਏ ਵੀ ਇੱਕ ਪਲੇਟਫਾਰਮ ਤੇ ਖੜੇ ਹੋਏ ਨੇ। ਔਰ ਇਹਦੇ ਨਾਲ ਜੁੜੀ ਹੋਈ ਗੱਲ ਚਿੰਤਾ ਦਾ ਵਿਸ਼ੇ ਹੈ। ਉਹਦੇ ਬਾਰੇ ਮੈਨੂੰ ਲੱਗਦਾ ਵੀ ਚਿੰਤਾ ਕਰਨੀ ਚਾਹੀਦੀ ਹੈ ਕਿ ਰਾਜਨੀਤਿਕ ਦਲ ਨੂੰ ਇਸ ਅੰਦੋਲਨ ਤੋਂ ਬਾਹਰ ਰੱਖਿਆ ਗਿਆ। ਇਹ ਚਿੰਤਾ ਵਾਲੀ ਗੱਲ ਹੈ। ਇਹ ਚਿੰਤਾ ਵਾਲੀ ਗੱਲ ਹੈ। ਔਰ ਚਿੰਤਾ ਦੀ ਗੱਲ ਇਹ ਹੈ ਕਿ ਇੱਥੋਂ ਕਿਸੇ ਵੀ ਡੈਮੋਕ੍ਰੇਸੀ 'ਚ ਰਾਜਨੀਤਿਕ ਦਲ ਜਿਹੜੇ ਲੋਕਾਂ ਦੀ ਆਵਾਜ਼ ਹੁੰਦੇ ਨੇ, ਇੱਥੋਂ ਇਹ ਹੈ ਕਿ ਰਾਜਨੀਤਿਕ ਦਲ ਜਿਹੜੇ ਨੇ ਉਹਨਾਂ ਨੂੰ ਚੀਅਰ ਲੀਡਰ ਬਣ ਗਏ, ਉਹ ਲੀਡਰ ਨਹੀਂ ਰਹੇ। ਚੀਅਰ ਲੀਡਰ ਦੇ ਹੁੰਦਾ ਕਿ ਬਾਹਰ ਬੈਠੇ ਮੈਦਾਨ ਦੇ ਜੇ ਮੈਚ ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਸੈਂਟਰਲ ਗਵਰਨਮੈਂਟ ਦੇ ਨਾਲ, 32 ਆਰਗੇਨਾਈਜੇਸ਼ਨਾਂ ਦੇ ਨਾਲ ਕਿਸਾਨੀ ਦੀ, ਤੇ ਇਹ ਗਰਾਊਂਡ ਤੋਂ ਬਾਹਰ ਬੈਠੇ ਚੀਅਰ ਲੀਡਰ ਬਣੇ ਹੋਏ। ਦੂਸਰੇ ਰੂਪ ਤੇ ਕਹਿ ਰਹੇ ਵਿਚਾਰੇ ਬਣ ਗਏ। ਕਿਉਂ ਵਿਚਾਰੇ ਬਣੇ? ਹਾਂ, ਵਿਚਾਰੇ ਬਣ ਗਏ ਔਰ ਨਾਲੇ ਚੀਅਰ ਲੀਡਰ ਬਣ ਗਏ। ਸਿਰਫ ਇਹ ਕਹਿ ਰਹੇ ਜੀ ਅੱਜ ਸਾਡਾ ਹਿਸਾਬ ਕਿਤਾਬ ਬਾਹਰ ਬਹਿ ਕੇ ਕੌਣ ਨੇ ਕਿੰਨੀ ਉੱਚੀ ਆਵਾਜ਼ ਨਾਲ ਕਿਹਨੂੰ ਸਪੋਰਟ ਕੀਤਾ ਹੈ, ਸਾਡੇ ਨੰਬਰ ਲਾ ਦਿਓ ਤੇ ਸਾਨੂੰ ਵੋਟਾਂ ਫਿਰ ਵੀ ਪਾ ਦਿਓ। ਹਾਜ਼ਰੀ ਲਵਾਉਣ ਵਾਲੀ ਗੱਲ ਹੋ ਗਈ। ਹਾਜ਼ਰੀ ਲਵਾ ਰਹੇ ਔਰ ਸਾਰੀ ਲੜਾਈ ਫਿਰ ਵੀ ਵੋਟਾਂ ਨਾਲ ਜੋੜ ਲੈ ਰਹੇ। ਔਰ ਇਹਨਾਂ ਦੇ ਕੰਸਰਨ ਮੈਨੂੰ ਲੱਗਦਾ ਹੈ ਡਿਸਕਨੈਕਟ ਜਿਹੜਾ ਲੋਕਾਂ ਤੋਂ ਹੋ ਜਾਣਾ, ਇਹ ਮੈਂ ਤੁਹਾਨੂੰ ਜਿਹੜੀ ਗੱਲ ਕਿ ਚਿੰਤਾ ਦਾ ਵਿਸ਼ੇ ਹੈ। ਰਾਜਨੀਤਿਕ ਦਲਾਂ ਦਾ ਲੋਕਾਂ ਤੋਂ ਡਿਸਕਨੈਕਟ ਹੋ ਜਾਣਾ। ਔਰ ਕਿਉਂਕਿ ਇਸ ਸੋਸਾਇਟੀ 'ਚ, ਇਸ ਮੂਵਮੈਂਟ 'ਚ ਬੜੀ ਇੰਟਰਸਟਿੰਗ ਗੱਲ ਤੀਜੀ ਹੈ ਕਿ ਸਿਵਲ ਸੋਸਾਇਟੀ ਨਾਲ ਜੁੜ ਗਈ। 80,000 ਕਰੋੜ ਦੀ ਜੇ ਪੰਜਾਬ ਨੂੰ MSP ਸੀਗੀ ਜਾਂ ਫਸਲ ਦੀ ਜਿਹੜੀ ਖਰੀਦੋ ਫਰੋਖਤ ਹੁੰਦੀ ਸੀ, ਉਹ ਤੇ ਸਾਰਾ ਸਮਾਜ ਦੀ, ਪੰਜਾਬ ਦੀ ਇਕਨੋਮੀ ਤੇ ਇਫੈਕਟ ਪੈਂਦਾ ਸੀ। ਸੋ ਇਹ ਕੋਈ ਇਕੱਲੀ ਇਹ ਕਹਿ ਦੇਣਾ ਕਿ ਸਿੱਖਾਂ ਦੀ ਕੋਈ ਪੈਜੈਂਟਰੀ ਦੇ ਉਹਨਾਂ ਨੇ ਮੂਵਮੈਂਟ ਲਾਂਚ ਕੀਤੀ ਜਾਂ ਉਹਨਾਂ ਦੀ ਮੂਵਮੈਂਟ ਹੈ, ਇਹ ਸਾਰੀ ਪੰਜਾਬ ਦੀ ਮੂਵਮੈਂਟ। ਇਹ ਬਹੁਤ ਜ਼ਰੂਰੀ ਹੈ। ਇਹ ਇੱਕ ਸ਼ਹਿਰ ਦੇ 5 ਸਾਲ ਦੇ ਬੱਚੇ ਨੂੰ, 10 ਸਾਲ ਦੇ ਬੱਚੇ ਨੂੰ, ਪਿੰਡ ਦੇ 70 ਸਾਲ ਦੇ ਬਜ਼ੁਰਗ ਨੂੰ, ਕੈਨੇਡਾ, ਅਮਰੀਕਾ ਬੈਠੀ ਇੱਕ ਸਟੂਡੈਂਟ ਕੁੜੀ ਨੂੰ ਇਹ ਸੰਘਰਸ਼ ਇੰਨਾ ਸੋਹਣਾ ਕਿਉਂ ਲੱਗ ਰਿਹਾ, ਇੰਨਾ ਦਿਲ ਖਿੱਚਵਾਂ ਕਿਉਂ ਲੱਗ ਰਿਹਾ, ਇੰਨਾ ਦਰਦਨਾਕ ਕਿਉਂ ਲੱਗਦਾ ਹੈ? ਇੱਕ ਕੁੜੀ ਆਈ ਨਿਊਜ਼ੀਲੈਂਡ ਤੋਂ, ਉਹ ਆਪਣੇ ਪੇਰੈਂਟਸ ਕੋਲ ਜਾਣ ਦੀ ਥਾਂ ਇਹ ਮੋਰਚੇ 'ਚ ਆ ਗਈ। ਇਹ ਖਿੱਚ ਦਾ ਕਾਰਨ ਕੀ ਹੈ? ਜਿਹੜੀ ਮੈਂ ਤੁਹਾਨੂੰ ਗੱਲ ਕਹੀ ਕਿ ਇਹ ਹਿਸਟੋਰਿਕ ਹੈ, ਆਉਣਾ ਪਹਿਲੇ ਚਾਹੀਦਾ ਸੀ। ਜਦੋਂ ਪੰਜਾਬ ਦੇ ਲੋਕ
ਜਿਹੜੇ ਨੌਜਵਾਨ ਸੀ ਉਹ ਕੈਨੇਡਾ ਜਾਣ ਲੱਗ ਗਏ, ਆਸਟ੍ਰੇਲੀਆ ਜਾਣ ਲੱਗ ਗਏ, ਬਾਹਰ ਜਾਣ ਲੱਗ ਗਏ। ਜੇ ਫਸਲ ਤੋਂ ਉਨੀ ਹੀ ਆਮਦਨ ਹੁੰਦੀ ਕਿ ਇੱਥੇ ਆਪਣੀ ਜਾਂਦੇ ਹੀ ਨਾ, ਔਰ ਐਗਰੀਕਲਚਰ ਦੇ ਵਿੱਚ ਜੇ ਪਾਲਿਸੀ ਪਲੈਨਿੰਗ ਸਾਡੀ ਠੀਕ ਹੁੰਦੀ ਤੇ ਅਸੀਂ ਅੱਜ ਡਾਇਵਰਸੀਫਾਈ ਇਕਨੋਮੀ ਨੂੰ ਕੀਤਾ ਹੁੰਦਾ, ਉਹਦੇ ਵਿੱਚ ਕ੍ਰੌਪਸ ਨੂੰ ਕੀਤਾ ਹੁੰਦਾ ਔਰ ਕੁਆਲਿਟੀ ਐਜੂਕੇਸ਼ਨ ਲੈ ਕੇ ਆਉਂਦੇ ਹੁੰਦੇ। ਤੁਹਾਨੂੰ ਚਾਅ ਜਿਹਾ ਚੜਿਆ ਲੱਗਦਾ ਵੀ ਇਹ ਅੰਦੋਲਨ ਜਿਹੜਾ ਆ, ਮੈਂ ਚਾਅ ਸ਼ਬਦ ਮੇਰਾ ਖਿਆਲ ਠੀਕ ਹੀ ਵਰਤਿਆ ਵੀ ਇਹ ਪਹਿਲਾਂ ਆਉਣਾ ਚਾਹੀਦਾ, ਇਹ ਆ ਗਿਆ, ਲੋੜ ਸੀ ਇਹਦੀ, ਪਰ ਤੁਹਾਨੂੰ ਇਹ ਬੜਾ ਚੰਗਾ ਲੱਗ ਰਿਹਾ। ਪਰ ਹੁਕਮਰਾਨ ਕਹਿੰਦੇ ਨੇ ਇਹ ਖਾਲਿਸਤਾਨੀਆਂ ਨੇ ਹਾਈਜੈਕ ਕਰ ਲਿਆ, ਇਹ ਨਕਸਲਾਈਟਾਂ ਨੇ ਕਰ ਲਿਆ, ਗੈਰ ਸਮਾਜੀ ਅਨਸਰਾਂ ਨੇ ਕਰ ਲਿਆ। ਬੜਾ ਵੱਡਾ ਫਰਕ ਹੈ, ਇਹਨੂੰ ਕਿਵੇਂ ਦੇਖਦੇ? ਦੇਖੋ ਇਹਦੇ 'ਚ ਨਾ ਇਸ ਅੰਦੋਲਨ 'ਚ ਜਿਵੇਂ ਤੁਹਾਨੂੰ ਮੈਂ ਕਿਹਾ ਡਿਫਰੈਂਟ ਵਿਚਾਰਧਾਰਾ ਨੇ। ਓਕੇ। ਔਰ ਹਰ ਵਿਚਾਰਧਾਰਾ ਨੂੰ ਕਿਸੇ ਵੀ ਅੰਦੋਲਨ 'ਚ ਜਿਹੜਾ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ, ਹੁਣ ਜਿਵੇਂ ਇਹ ਕਿਉਂਕਿ ਇੱਕ ਫੂਡ ਜਿਹੜਾ ਹੈ, ਖਾਣਾ ਹੈ, ਫੂਡ, ਗ੍ਰੇਨਸ, ਰੋਟੀ ਜਿਹੜੀ ਹੈ, ਇਹ ਫੂਡ ਜਿਹੜਾ ਹੈ ਉਹ ਆਪਣੇ ਆਪ 'ਚ ਇਕਨੋਮਿਕਸ ਨਹੀਂ ਹੋਇਆ ਕਰਦਾ। ਓਕੇ। ਪ੍ਰੋਫਿਟ ਲਈ ਨਹੀਂ ਹੁੰਦਾ। ਓਕੇ। ਫੂਡ ਦੇ ਨਾਲ ਫੂਡ ਸਿਕਿਉਰਿਟੀ ਜੁੜੀ ਹੋਈ ਹੈ। ਇੱਕ 70% ਲੋਕ ਜਿਨ੍ਹਾਂ ਨੂੰ ਫੂਡ ਸਿਕਿਉਰਿਟੀ ਨਾਲ ਜੋੜਿਆ ਗਿਆ, ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਹੁੰਦਾ। ਬਿਲਕੁਲ ਠੀਕ ਹੈ। ਔਰ ਤੀਜਾ ਫੂਡ ਦੇ ਨਾਲ ਨੈਸ਼ਨਲ ਸਿਕਿਉਰਿਟੀ ਵੀ ਜੁੜੀ ਹੁੰਦੀ ਹੈ, ਕਿਉਂਕਿ ਗ੍ਰੀਨ ਰੈਵੋਲੂਸ਼ਨ ਦੇ ਪਿੱਛੇ ਸਾਰੀ ਸੋਚ ਇਹ ਸੀ ਕਿ ਅਸੀਂ ਦੂਸਰੇ ਦੇਸ਼ਾਂ ਤੇ ਨਹੀਂ ਡਿਪੈਂਡ ਕਰਨਾ, ਔਰ ਇਸ ਕਰਕੇ ਆਪਾਂ ਆਪੇ ਫੂਡ ਇੱਥੇ ਉਗਾਈਏ। ਔਰ ਇੱਕ ਵੈਲਫੇਅਰ ਸਟੇਟ ਦੇ ਜਿਹੜੇ ਨਿਰਮਾਤਾ ਹੋਣ ਕਰਕੇ ਸਾਨੂੰ ਫੂਡ ਨੂੰ ਪ੍ਰੋਫਿਟ ਲਈ, ਇਹ ਕੋਈ ਆਪਣਾ ਲਕਸ ਸਾਬਨ ਨਹੀਂ ਹੈਗਾ, ਇਹ ਕੋਈ ਹੋਰ ਇਹੋ ਜਿਹੀ ਕਮੋਡਿਟੀ ਨਹੀਂ ਹੈ, ਫੂਡ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ। ਔਰ ਇਸੇ ਕਰਕੇ ਜਦੋਂ ਜਿਹੜਾ ਤੁਸੀਂ ਮੈਨੂੰ ਕਿਹਾ ਕਿ ਮੈਨੂੰ ਇਹ ਲੱਗ ਰਿਹਾ ਮੂਵਮੈਂਟ ਚੰਗੀ, ਕਿਉਂਕਿ ਇਹਦੇ 'ਚ ਸਟੇਟ ਦਾ ਵੈਲਫੇਅਰ ਹੋ ਜਾਣਾ, ਵੈਲਬੀਇੰਗ ਲੋਕਾਂ ਦਾ ਧਿਆਨ ਕਰਨਾ, ਉਹਦੇ ਬਾਰੇ ਆਕਰਸ਼ਿਤ ਕਰਨ ਦਾ ਸਾਨੂੰ ਮੌਕਾ ਮਿਲ ਗਿਆ ਕਿ ਸਟੇਟ ਨੂੰ ਇਹ ਕਹਿਣ ਦਾ ਵੀ ਦੇਖੋ ਇਹਦੇ ਨਾਲ ਲੋਕਾਂ ਦਾ ਵੈਲਬੀਇੰਗ ਜੁੜਿਆ ਹੋਇਆ, ਲੋਕਾਂ ਦਾ ਸਰਵਾਈਵਲ ਜੁੜਿਆ ਹੈ, ਖਾਲੀ ਕਿਸਾਨੀ ਨਹੀਂ। ਤੁਸੀਂ ਦੇਖੋ ਉੱਥੇ ਜਿਹੜਾ ਖੱਬੇ ਪੱਖੀ ਵਿਚਾਰਧਾਰਾ ਵੀ ਹੈ, ਪ੍ਰੋਗਰੈਸਿਵ ਲੋਕ ਵੀ ਨਾਲ ਨੇ, ਉਹਦੇ 'ਚ ਰਾਈਟ ਵਿੰਗ ਤੇ ਜੇ ਅਸੀਂ ਕਹਿ ਲਈਏ ਜਿਹਨੂੰ ਇਹ ਫਿਰਕੂ ਸੋਚ ਵਾਲੇ ਲੋਕ ਵੀ ਨੇ, ਸਭ ਨੂੰ ਹੱਕ ਹੈ ਆਪਣਾ ਨੈਰੇਟਿਵ ਅੱਗੇ ਲਿਆਉਣ ਦਾ। ਪਰ ਮੈਨੂੰ ਇੱਕ ਗੱਲ ਇੱਥੇ ਜਿਹੜੀ ਚੰਗੀ ਲੱਗ ਰਹੀ ਹੈ ਕਿ ਪੰਜਾਬ ਦਾ ਜਿਹੜਾ ਆਵਾਮ ਹੈ ਉਹ ਨਾ ਤਾਂ ਜਿਹੜੀ ਫਿਰਕੂ ਸੋਚ ਹੈ ਉਹਦੇ ਵੱਲ ਜਾ ਰਿਹਾ। ਕੋਈ ਫਿਰਕੂ ਸੋਚ ਇਹ ਕਿਹਾ ਜਾ ਸਕਦਾ ਹੈ, ਕੁਝ ਲੋਕ ਮੰਨਦੇ ਹੋਣੇ ਆ ਕਿ ਸਿੱਖ ਪੈਜੈਂਟਰੀ ਦੇ ਖਿਲਾਫ ਕੋਈ ਸਾਜ਼ਿਸ਼ ਹੈ, ਬਣ ਸਕਦੇ ਨੇ, ਉਹਨਾਂ ਦਾ ਆਪਣਾ ਵਿਚਾਰ ਹੈ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਮੂਵਮੈਂਟ 'ਚ ਕੋਈ ਖਾਲੀ ਸਿੱਖ ਨਹੀਂ ਹੈ, ਇਹਦੇ ਤਾਂ ਹਰ ਤਰ੍ਹਾਂ ਦਾ ਸਮਾਜ ਦਾ ਅੰਗ ਜੁੜਿਆ ਹੈ। ਮੈਂ ਸਵਾਲ ਤੁਹਾਨੂੰ ਇੱਕ ਕਰਨਾ ਚਾਹੁੰਦਾ, ਜੇ ਡਾਕਟਰ ਪ੍ਰਮੋਦ ਇਹ ਮੰਨਦੇ ਨੇ ਵੀ ਇਹ ਲੋੜ ਸੀ, ਉਹ ਦੂਸਰੀ ਵੱਡੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਫੂਡ ਜਿਹੜੀ ਹੈ ਇਹ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੇ ਮਜ਼ਬੂਤ ਪ੍ਰਾਈਮ ਮਿਨਿਸਟਰ ਨੇ, ਉਹਨਾਂ ਦੀ ਦੇਸ਼ ਵਿਦੇਸ਼ ਵਿੱਚ ਬੜੀ ਵੱਡੀ ਇੱਕ ਤਾਕਤ ਹੈ। ਉਹ ਤੇ ਇਹ ਗੱਲ ਕਹਿ ਰਹੇ ਨੇ ਵੀ ਕਿਸਾਨ ਤੇ ਬੇਸਮਝ ਨੇ, ਇਹਨਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਆ। ਅਸੀਂ ਕੱਲ੍ਹ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਜੇ ਵੀ ਉਹ ਸੰਘਰਸ਼ ਬੜਾ ਵਧੀਆ ਲੜ ਰਹੇ ਆ, ਸਰਕਾਰ ਦੀਆਂ ਨਜ਼ਰਾਂ 'ਚ ਉਹ ਬੇਸਮਝ ਨੇ। ਇਹ ਕਿਉਂ? ਦੇਖੋ ਗੱਲ ਇਹ ਹੈ ਕਿ ਜਿਹੜਾ ਫੂਡ ਹੁੰਦਾ ਹੈ, ਮੈਂ ਇੱਕ ਕਿਸੇ ਅਮਰੀਕਨ ਡਿਪਲੋਮੈਟ ਦੀ ਪੜ੍ਹ ਰਿਹਾ ਸੀਗਾ ਤੇ ਉਹ ਕਹਿੰਦਾ ਹੈ ਕਿ ਫੂਡ ਇਜ਼ ਏ ਪਾਵਰਫੁਲ ਟੂਲ ਇਨ ਆਵਰ ਡਿਪਲੋਮੈਟਿਕ ਕਿੱਟੀ। ਓਕੇ। ਕਿ ਜੇ ਕੋਈ ਦੇਸ਼ ਸਾਡੀ ਗੱਲ ਨਹੀਂ ਮੰਨਦਾ ਤੇ ਉਹਨੂੰ ਜੇ ਫੂਡ ਦੀ ਲੋੜ ਹੈ ਤੇ ਅਸੀਂ ਉਤੋਂ ਕਈ ਹੋਰ ਗੱਲਾਂ ਬਣਾ ਲੈਂਦੇ ਆ, ਇਹ ਕਹਿ ਕੇ ਤੈਨੂੰ ਫੂਡ ਦੇਵਾਂਗੇ, ਤੈਨੂੰ ਅਸੀਂ ਸਪਲਾਈ ਕਰ ਦਿਆਂਗੇ। ਤੇ ਇਹਦੇ ਇਸੇ ਕਰਕੇ ਹੀ ਜਦੋਂ ਮੈਂ ਇਹ ਗੱਲ ਕਹਿ ਰਿਹਾ ਕਿ ਡਾਇਵਰਸੀਫਿਕੇਸ਼ਨ, ਜਦੋਂ ਐਂਟੀ ਗ੍ਰੇਨ ਪਾਲਿਸੀਜ਼ ਅਸੀਂ ਗੱਲ ਕੀਤੀ ਪੰਜਾਬ 'ਚ ਵੀ ਆਪਾਂ ਝੋਨਾ ਨਾ ਉਗਾਈਏ ਜਾਂ ਆਪਾਂ ਇਹ ਕਣਕ ਨਾ ਮਤਲਬ ਨਾ ਉਗਾ ਕੇ ਅਸੀਂ ਡਾਇਵਰਸੀਫਾਈ ਕਰ ਲਈਏ ਕਮਰਸ਼ੀਅਲ ਕ੍ਰੌਪਸ ਵੱਲ, ਤੇ ਮੈਨੂੰ ਉਦੋਂ ਹੀ ਲੱਗਦਾ ਸੀ ਕਿ ਕਮਰਸ਼ੀਅਲ ਕ੍ਰੌਪਸ ਤਾਂ ਉਗਾਈਆਂ ਜਾ ਸਕਦੀਆਂ ਔਰ ਉਗਾਉਣੀਆਂ ਚਾਹੀਦੀਆਂ ਨੇ, ਪਰ ਉਹਦੇ ਨਾਲ ਇਹ ਨਹੀਂ ਕਿ ਤੁਸੀਂ ਪੈਡੀ ਜਾਂ ਵੀਟ ਨਾ ਉਗਾਓ। ਔਰ ਪਹਿਲੇ ਸਾਨੂੰ ਆਰਗੂਮੈਂਟ ਦਿੱਤਾ ਗਿਆ ਕਿ ਜਿਹੜਾ ਗੋਦਾਮ ਨੇ ਉਹ 'ਚ ਬੜਾ ਭੰਡਾਰ ਪਿਆ, ਤੇ ਜਦੋਂ 2 ਡਰਾਊਟ ਆਏ ਤੇ ਭੰਡਾਰ ਖਾਲੀ ਹੋ ਗਿਆ ਤੇ ਫਿਰ ਕਹਿਣ ਲੱਗੇ ਨਹੀਂ, ਪਾਣੀ ਜਿਹੜਾ ਲੈਵਲ ਹੈ ਥੱਲੇ ਜਾ ਰਿਹਾ ਹੈ, ਇਸ ਕਰਕੇ ਪੈਡੀ ਨਾ ਉਗਾਈਏ। ਬਈ ਇਹ ਜਦੋਂ ਵਰਲਡ ਦੇ ਵਿੱਚ ਪਾਣੀ ਘੱਟ ਉਗਾਉਣ ਲਈ ਪੈਡੀ ਦੀ ਟੈਕਨੋਲੋਜੀ ਆ ਗਈ ਤੇ ਉਹਨੂੰ ਲੈ ਆਓ। ਆਪਾਂ ਇੱਧਰ ਆਈਏ ਐਡੀਟੇਸ਼ਨ ਵਾਲੇ ਪਾਸੇ। ਡੈਡਲੌਕ ਇਹ ਹੈ, ਇੱਕ ਪਾਸੇ ਸਰਕਾਰ ਕਹਿੰਦੀ ਇਹ ਸੋਧਾਂ ਕਰਨ ਲਈ ਤਿਆਰ ਆ, ਪ੍ਰਪੋਜ਼ਲ ਦਿੱਤੀ ਹੈ, ਕਿਸਾਨ ਕਹਿੰਦੇ ਨੇ ਸੋਧਾਂ ਨਹੀਂ, ਇਹ ਕਾਨੂੰਨ ਰੱਦ ਹੋਣੇ ਚਾਹੀਦੇ। ਪਹਿਲਾ ਸਵਾਲ ਤਾਂ ਇਹ ਹੈ ਵੀ ਕੀ ਜਿਹੜੀਆਂ ਸੋਧਾਂ ਸਰਕਾਰ ਕਰਨ ਲਈ ਤਿਆਰ ਹੈ ਉਹਦੇ ਨਾਲ ਖੇਤੀ ਕਾਨੂੰਨ ਵਿੱਚ ਦੇ ਜਿਹੜੇ ਮਾਰੂ ਮੱਦਾਂ ਨੇ, ਕਿਸਾਨ ਵਿਰੋਧੀ ਨੇ, ਉਹ ਖਤਮ ਹੋ ਗਈਆਂ? ਦੇਖੋ ਗੱਲ ਇਹ ਹੈ ਕਿ ਇੱਕ ਤਾਂ ਰਸਤੇ ਦੀ ਗੱਲ ਹੈ, ਜਿਹੜਾ ਰਸਤਾ ਅਸੀਂ ਪੈ ਗਏ ਹੁਣ
ਇਕਨੋਮਿਕ ਰਿਫਾਰਮਸ ਦਾ, ਔਰ ਉਹ ਇਕਨੋਮਿਕ ਰਿਫਾਰਮ ਐਗਰੀਕਲਚਰ 'ਚ ਵੀ ਆ ਗਿਆ। ਪਹਿਲੇ ਆਪਾਂ ਇੰਡਸਟਰੀ 'ਚ ਕੀਤਾ, ਪਬਲਿਕ ਸੈਕਟਰ ਡਿਸਬੈਂਡ ਕੀਤਾ, ਫਿਰ ਅਸੀਂ ਐਜੂਕੇਸ਼ਨ ਹੈਲਥ 'ਚ ਪ੍ਰਾਈਵੇਟਾਈਜੇਸ਼ਨ ਕੀਤੀ ਹੈ, ਔਰ ਅਸੀਂ ਹੁਣ ਇੱਥੇ ਕਰਨ ਲੱਗ ਗਏ। ਮਤਲਬ ਇੱਥੇ ਹੁਣ ਨਿੱਜੀਕਰਨ ਕਰਨ ਲੱਗੇ ਫੂਡ 'ਚ ਵੀ। ਫੂਡ 'ਚ ਵੀ ਜਦੋਂ ਤੁਸੀਂ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਅਮੈਂਡ ਕਰਕੇ ਕਹਿਤਾ ਕਿ ਹੁਣ ਇਹਦੇ 'ਚ ਪ੍ਰਾਈਵੇਟ ਪਲੇਅਰ ਵੀ ਆ ਕੇ ਫੂਡ ਪ੍ਰੋਕਿਓਰ ਕਰ ਸਕਦਾ, ਉਹਦਾ ਧੰਦਾ ਕਰ ਸਕਦਾ ਉਹਦੇ ਵਿੱਚ, ਤੇ ਤੁਸੀਂ ਆਪੇ ਹੀ ਉਹ ਰਸਤਾ ਖੋਲਤਾ ਨਾ ਪ੍ਰਾਈਵੇਟਾਈਜੇਸ਼ਨ ਦਾ। ਹੁਣ ਪ੍ਰਾਈਵੇਟਾਈਜੇਸ਼ਨ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੀ ਚੰਗੀ ਹੈ, ਤੁਸੀਂ ਜਿਹੜੇ ਸੈਕਟਰ 'ਚ ਕਰਨੀ ਹੈ ਉਸ ਸੈਕਟਰ ਦਾ ਇਹ ਦੇਖੋ ਕਿ ਉਹਦਾ ਇੰਪੈਕਟ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਾਰਕੀਟ ਜਿਹੜੀ ਹੈ ਉਹ ਕਿਸੇ ਗਰੀਬ ਦੀ ਆਵਾਜ਼ ਨਹੀਂ ਸੁਣਦੀ, ਤੇ ਆਵਾਜ਼ ਕਿਹਨੂੰ ਸੁਣਨੀ ਚਾਹੀਦੀ ਹੈ? ਸਟੇਟ ਨੂੰ, ਕਿਉਂਕਿ ਸਟੇਟ ਵੈਲਬੀਂਗ ਹੈ। ਇੱਕ ਗਰੀਬ ਕਿਸਾਨ ਜੇ ਉਹਦੀ ਆਵਾਜ਼ ਮਾਰਕੀਟ ਨਹੀਂ ਸੁਣਦੀ, ਕਿਉਂਕਿ ਮਾਰਕੀਟ ਸੈਕੂਲਰ ਹੁੰਦੀ ਹੈ, ਨਾ ਗਰੀਬ ਦੀ ਸੁਣਦੀ ਹੈ ਨਾ ਅਮੀਰ ਦੀ, ਉਹ ਪ੍ਰੋਫਿਟ ਦੀ ਸੁਣਦੀ ਹੈ। ਜਦੋਂ ਆਮਦਨ ਪ੍ਰੋਫਿਟ ਦੀ ਗੱਲ ਉਹਨੇ ਸੁਣਨੀ ਹੈ ਤੇ ਸਟੇਟ ਨੂੰ ਚਾਹੀਦਾ ਹੈ ਕਿ ਇੰਟਰਵੀਨ ਕਰਕੇ ਮਾਰਕੀਟ ਨੂੰ ਇੰਨਾ ਕੈਲਸ ਨਾ ਹੋਣ ਦੇਵੇ ਕਿ ਇੱਕ ਗਰੀਬ ਆਪਣੀ ਰੋਟੀ ਤੋਂ ਵੀ ਜਾਂਦਾ ਰਹੇ। ਇਸ ਕਰਕੇ ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਦੀਆਂ ਫੋਰਸਿਸ ਨੂੰ ਲੈਜੀਟਿਮਾਈਜ਼ ਕੀਤਾ ਗਿਆ। ਪਹਿਲੀ ਕਾਫੀ ਸਮੇਂ ਤੋਂ ਲੈਜੀਟਿਮਾਈਜ਼ ਕੀਤਾ ਜਾ ਰਿਹਾ ਹੈ, ਹੁਣ ਲੀਗਲਾਈਜ਼ ਵੀ ਕਰਨ ਦੀ ਕੋਸ਼ਿਸ਼ ਹੋ ਗਈ। ਇਹਨਾਂ ਕੋਲ ਕਿਸਾਨ ਠੀਕ ਕਹਿੰਦੇ ਨੇ। ਫਿਰ ਦੇਖੋ ਕਿਸਾਨ ਦਾ ਜਿਹੜਾ ਬਿਲਕੁਲ ਠੀਕ ਕਹਿੰਦੇ ਨੇ ਕਿ ਪ੍ਰਾਈਵੇਟਾਈਜੇਸ਼ਨ ਫੂਡ 'ਚ ਨਹੀਂ ਹੋਣੀ ਚਾਹੀਦੀ। ਮੈਂ ਤਾਂ ਬਿਲਕੁਲ, ਕਿਉਂਕਿ ਦੇਖੋ ਲੋਕੀ ਕਹਿੰਦੇ ਪੰਜਾਬ ਹਰਿਆਣੇ 'ਚ ਐਜੀਟੇਸ਼ਨ ਕਿਉਂ ਹੈ? ਹਿੰਦੁਸਤਾਨ 'ਚ MSP ਸਿਰਫ 6% ਕਿਸਾਨਾਂ ਨੂੰ ਮਿਲਦੀ ਸੀ ਜੀ, ਉਹਦੇ ਵਿੱਚੋਂ 6% ਚੋਂ 84% ਕਿਸਾਨ ਪੰਜਾਬ 'ਚ ਸੀ, ਹਰਿਆਣੇ ਸੀ, ਤੇ ਇਸ ਕਰਕੇ ਇਫੈਕਟ ਜ਼ਿਆਦਾ ਹੋਇਆ। ਦੂਜੀ ਗੱਲ ਇਹਦੇ ਨਾਲ ਜੁੜੀ ਹੋਈ ਗੱਲ, ਜਿਹੜੇ ਕਿਸਾਨ ਕਹਿੰਦੇ ਨੇ ਕਿ ਤੁਸੀਂ ਸਬਸਿਡੀ ਦੇ ਮਸਲੇ ਤੇ ਆ ਜਾਓ। ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਘੱਟ ਸਬਸਿਡੀ ਮਿਲਦੀ ਹੈ। ਅਸੀਂ ਕਹਿੰਦੇ ਲੈਵਲ ਪਲੇਇੰਗ ਫੀਲਡ ਹੋਣਾ ਚਾਹੀਦਾ, ਵਰਲਡ 'ਚ ਕੰਪੀਟੀਟਿਵ ਕਿਸਾਨ ਬਣੇ। USA 'ਚ ਪਰ ਫਾਰਮਰ $61,000 ਮਿਲਦੀ ਹੈ ਪਰ ਫਾਰਮਰ। ਯੂਰਪ 'ਚ 8,000 ਤੋਂ ਉੱਪਰ ਪਰ ਫਾਰਮਰ, ਔਰ ਇੰਡੀਆ 'ਚ $262। ਹੁਣ MSP ਅਸੀਂ ਦਿੰਦੇ ਹਾਂ, MSP ਕੋਈ ਕਿਸਾਨ ਦੀ ਇਨਕਮ ਵਧਾਉਣ ਲਈ ਨਹੀਂ ਹੈ ਖਾਲੀ, MSP ਇਸ ਕਰਕੇ ਦਿੰਦੇ ਆ ਕਿ ਫੂਡ 'ਚ ਇਨਫਲੇਸ਼ਨ ਨਾ ਆ ਜਾਏ। ਪਰ ਸਰਕਾਰ ਕਹਿੰਦੀ ਇਹ ਆਸਾਨ ਕਰ ਦੇ, ਨਹੀਂ ਆਸਾਨ ਨਹੀਂ, ਫੂਡ 'ਚ ਇਨਫਲੇਸ਼ਨ ਨਾ ਆ ਜਾਏ ਤੇ ਜਿਹੜਾ ਗਰੀਬ ਹੈ ਉਹ ਰੋਟੀ ਖਾ ਸਕੇ। ਮੈਂ ਕਹਿੰਦਾ ਵੀ ਸਾਰੇ ਸਮਾਜ ਦੇ ਨਾਲ ਜੁੜੀ ਹੋਈ ਐਜੀਟੇਸ਼ਨ ਹੈ ਇਹ ਐਜੀਟੇਸ਼ਨ 'ਚ ਇਹ ਮੈਸੇਜ ਕਲੀਅਰ ਹੈ ਕਿ ਜੋ ਕਿਸਾਨ ਕਰਦਾ ਹੈ ਉਹਦੇ ਨਾਲ ਇੱਕ ਗਰੀਬ ਨੂੰ ਰੋਟੀ ਮਿਲਦੀ ਹੈ। ਇਹਦਾ ਮਤਲਬ ਲੋਕ ਬਹੁਤ ਸਿਆਣੇ ਨੇ, ਸਾਰੇ ਨਾਲ ਜੁੜੇ ਲੋਕ ਬਿਲਕੁਲ ਇਸੇ ਕਰਕੇ ਜੁੜੇ ਆ, ਖਾਲੀ ਇਹ ਕਰਕੇ ਨਹੀਂ ਵੀ ਕਿਸਾਨ ਦੀ ਇਨਕਮ ਵਧੇ ਹੈ, ਔਰ ਵੀ ਉਹ ਇਸ਼ੂ ਨਹੀਂ ਹੈ। ਇਸੇ ਕਰਕੇ ਮੈਂ ਕਹਿੰਦਾ ਕਿ ਇਹਦੇ 'ਚ ਜੇ ਫਿਰਕੂਵਾਦ ਵੀ ਲਿਆਂਦਾ ਜਾਵੇ ਉਹ ਵੀ ਗਲਤ ਹੈ ਕਿ ਖਾਲੀ ਸਿੱਖ ਦੀ ਵੀ ਇਨਕਮ ਵਧੇ, ਨਹੀਂ। ਠੀਕ ਹੈ, ਇਹਦੇ ਨਾਲ ਜਿਵੇਂ ਤੁਹਾਨੂੰ ਮੈਂ ਕਿਹਾ ਫੂਡ ਸਿਕਿਉਰਿਟੀ ਜੁੜੀ ਹੋਈ ਹੈ, ਫੂਡ ਦੇਸ਼ ਦੀ ਸਿਕਿਉਰਿਟੀ ਜੁੜੀ ਹੋਈ ਹੈ, ਇਹਦੇ ਨਾਲ ਕਿਸਾਨ ਦਾ ਲਾਈਵਲੀਹੁੱਡ ਜੁੜਿਆ ਹੋਇਆ। ਹੁਣ ਤੁਸੀਂ ਇਹ ਦੇਖੋ ਕਿ 6,000 ਕਰੋੜ ਦੀ ਜਿਹੜੀ ਇਨਕਮ ਹੁੰਦੀ ਸੀ ਸਟੇਟ ਗਵਰਨਮੈਂਟ ਨੂੰ, ਉਹਦੇ ਨਾਲ ਲਿੰਕ ਰੋਡ ਬਣਦੀਆਂ ਸੀ। ਲਿੰਕ ਰੋਡ ਬਣਨ ਨਾਲ ਯੂਥ ਸ਼ਹਿਰ ਚ ਆਉਂਦਾ ਸੀ, ਉਹਨੂੰ ਇੰਪਲੋਇਮੈਂਟ ਮਿਲਦੀ ਸੀ, ਪਿੰਡ ਵਿਕਾਸ ਉਹਦੇ ਨਾਲ ਹੁੰਦਾ ਸੀ। ਤੁਸੀਂ ਉਹਨਾਂ ਦੇ 6,000 ਕਰੋੜ ਜਿਹੜੇ ਆ ਉਹ ਖਤਮ ਹੋ ਜਾਣਗੇ। 2.5% ਜਿਹੜੇ ਆੜਤੀ ਦੇ ਹੁੰਦੇ ਸੀ MSP ਨਾਲ ਵਧਦੀ ਸੀ, ਆੜਤੀ ਦੀ ਇਨਕਮ ਜਿਹੜੇ ਹੈਂਡਲਿੰਗ ਚਾਰਜਿਸ ਹੁੰਦੇ ਸੀ ਉਹ ਵੀ ਖਤਮ ਹੋ ਜਾਣਗੇ। ਇਹ ਇੱਕ ਮੁੱਦਾ ਬਿਲਕੁਲ, ਇਹਨੂੰ ਮੈਂ ਕਹਿੰਦਾ ਕਿ ਪ੍ਰੋਕਿਉਰਮੈਂਟ ਦੇ ਪ੍ਰੋਸੈਸ ਦਾ ਮੁੱਦਾ ਹੈ। ਪਰ ਮੇਰੇ ਲਈ ਜ਼ਿਆਦਾ ਸੀਰੀਅਸ ਇਹ ਤਾਂ ਇੱਕ ਮੁੱਦਾ ਹੈ ਹੀ ਹੈ, ਇਹ ਤਾਂ ਪੈਸੇ ਜਰੀਏ ਪੈਦਾ ਹੋ ਸਕਦੇ ਆ। ਜ਼ਿਆਦਾ ਮੁੱਦਾ ਇਹ ਹੈ ਜਿਹੜੀ ਕਿਸਾਨ ਫੂਡ ਗ੍ਰੇਨ ਉਗਾਉਂਦਾ ਹੈ ਉਹਦੇ ਨਾਲ ਦੇਸ਼ ਦੀ ਫੂਡ ਸਿਕਿਉਰਿਟੀ ਜੁੜੀ ਹੋਈ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਦੀ ਆਪਣੀ ਆਤਮ ਨਿਰਭਰ ਭਾਰਤ ਬਣਾਉਣ ਦੀ ਇੱਕ ਬੜੀ ਵੱਡੀ ਸੋਚ ਹੈ। ਡਾਕਟਰ ਸਾਹਿਬ ਜਿਹੜੀ ਚਿੰਤਾ ਵਾਲੀ ਗੱਲ ਹੈ, ਤੁਸੀਂ ਕਹਿੰਦੇ ਵੀ ਪ੍ਰਧਾਨ ਮੰਤਰੀ ਦੀ ਗੱਲ ਕਰ ਲਈਏ, ਉਹ ਕੱਲ ਬੋਲੇ ਨੇ, ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਇਹ ਥੋੜੇ ਜਿਹੇ ਬੇਸਮਝ ਨੇ, ਸਾਰੇ ਦੇਸ਼ ਦੇ ਕਿਸਾਨ ਖੁਸ਼ ਨੇ। ਦੂਸਰੇ ਪਾਸੇ ਅੱਜ ਜਿਹੜੀ ਹਰਿਆਣੇ ਦੀ ਭਾਰਤੀ ਜਨਤਾ ਪਾਰਟੀ ਹੈ, ਸਰਕਾਰ ਹੈ, ਉਹ ਉਹਨਾਂ ਦੇ MLA ਸੰਸਦ ਮੈਂਬਰ ਜਿਹੜੇ SVL ਦਾ ਮੁੱਦਾ ਉਹਨਾਂ ਨੇ ਬਾਹਰ ਕੱਢ ਲਿਆ, ਉਹਨੂੰ ਲੈ ਕੇ ਭੁੱਖ ਹੜਤਾਲ ਰੱਖ ਰਹੇ। ਲੱਗਦਾ ਨਹੀਂ ਵੀ ਇੰਨਾ ਨਾਜ਼ੁਕ ਮੁੱਦਾ ਸਿੰਘੂ ਬਾਰਡਰ, ਟਿਕਰੀ ਬਾਰਡਰ, ਆਪਾਂ ਕਹਿੰਦੇ ਬੜੀ ਸਦ ਭਾਵਨਾ ਹੈ, ਪਰ ਉੱਥੇ ਕਿਤੇ ਨਾ ਕਿਤੇ ਇਹ ਤਾਂ ਕਹਿ ਸਕਦੇ ਨਾ ਵੀ ਤਣਾਅ, ਟਕਰਾਅ, ਗੁੱਸਾ, ਰੋਸ ਹੈ। ਜਿਹੜੀਆਂ ਇਹ ਗੱਲਾਂ ਚੱਲ ਪਈਆਂ ਨੇ ਉਹਨੂੰ ਕ੍ਰਸ਼ ਕਰਨ ਲਈ, ਉਹਨੂੰ ਬਦਨਾਮ ਕਰਨ ਲਈ, ਉਹਨੂੰ ਤੋੜਨ ਲਈ, ਕਿਤੇ ਲੱਗਦਾ ਨਹੀਂ ਵੀ ਨੁਕਸਾਨ ਹੋ ਸਕਦਾ? ਦੇਖੋ ਗੱਲ ਇਹ ਹੈ ਕਿ ਰਾਜਨੀਤੀ ਤੇ ਰਾਜਨੀਤਿਕ ਦਲ ਅੱਜ ਕਿਉਂ ਇਸ ਮੂਵਮੈਂਟ ਤੋਂ ਬਾਹਰ ਨੇ? ਇਹਨਾਂ ਗੱਲਾਂ ਕਰਕੇ ਲੱਗਦਾ ਨਹੀਂ ਵੀ ਕਿਸਾਨ ਇਖਲਾਕੀ ਤੌਰ ਤੇ ਆਪਣੀ ਮੂਵਮੈਂਟ ਜਿੱਤ ਗਏ ਨੇ, ਪਬਲਿਕ ਓਪੀਨੀਅਨ ਉਹ ਜਿੱਤ ਗਏ ਨੇ? ਦੇਖੋ ਗੱਲ ਕੀ ਹੈ ਕਿ ਮੈਨੂੰ ਇਸੇ ਲੱਗਦਾ ਵੀ ਹਰ ਮੂਵਮੈਂਟ ਦੇ ਵਿੱਚ ਇੱਕ ਫੇਜ਼ ਆਉਂਦਾ ਹੈ ਕਿ ਜਦੋਂ ਐਗਰੀਮੈਂਟ ਹੋਣ ਦੇ ਨੇੜੇ ਆ ਜਾਂਦੇ ਹੋ ਤੇ ਉਦੋਂ ਐਗਰੀਮੈਂਟ ਕਰ ਲੈਣੇ ਚਾਹੀਦੇ ਹੁੰਦੇ ਨੇ ਤੇ ਮੂਵਮੈਂਟ ਤਾਂ ਦੁਬਾਰਾ ਵੀ ਲਾਂਚ ਹੋ ਜਾਂਦੀ ਹੈ। ਪਰ ਇਸ ਵੇਲੇ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਸ ਵੇਲੇ ਸਾਰੇ ਆਵਾਮ 'ਚ ਇੱਕ ਮੈਸੇਜ ਹੈਗਾ ਕਿ ਕਿਸਾਨਾਂ ਨੇ
ਚੰਗੇ ਇਸ਼ੂ ਤੇ ਮੂਵਮੈਂਟ ਲਾਂਚ ਕੀਤੀ ਹੈ ਔਰ ਸਰਕਾਰ ਨੇ ਰਿਕੋਗਨਾਈਜ਼ ਕੀਤਾ ਹੈ ਕਿ ਇਹਨਾਂ ਦੇ ਕੰਸਰਨ ਕੁਝ ਜਾਇਜ਼ ਹੈਗੇ ਨੇ ਔਰ ਸਰਕਾਰ ਨੇ ਉਹਨਾਂ ਨੂੰ ਕੰਸੀਡ ਵੀ ਕੀਤਾ। ਜਿਵੇਂ ਮੈਂ ਦੇਖ ਰਿਹਾ ਇਹਨਾਂ ਦਿਨਾਂ 'ਚ ਸਰਕਾਰ ਨੇ ਕੁਝ ਅਮੈਂਡਮੈਂਟ ਕਰੋ, ਇਹਦਾ ਮਤਲਬ ਇਹ ਹੈ ਕਿ ਉੱਥੇ ਵੀ ਮੈਸੇਜ ਗਿਆ ਹੈ ਕਿ ਅਸੀਂ ਕੁਝ ਕੰਮ ਜਿਹੜੇ ਕੀਤੇ ਸੀ ਉਹ ਸ਼ਾਇਦ ਗਲਤ ਸੀ, ਠੀਕ ਨਹੀਂ ਸੀ ਔਰ ਉਹਨੂੰ ਕਰਨ ਲਈ ਉਹਨਾਂ ਨੇ ਇਨੀਸ਼ੀਏਟਿਵ ਲਏ ਨੇ। ਤੇ ਇਸ ਕਰਕੇ ਮੈਂ ਇਸ ਮੂਵਮੈਂਟ ਨੂੰ ਪੋਜ਼ਿਟਿਵ ਮੂਵਮੈਂਟ ਇਸ ਕਰਕੇ ਸਮਝਦਾ 3 ਗੱਲਾਂ ਕਰਕੇ। ਪਹਿਲੀ ਕਿ ਇਹਨੇ ਇੱਕ ਫਿਊਚਰ ਵਾਸਤੇ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਤਾ ਹੈ ਕਿ 3 ਜਿਹੜੇ ਐਕਟ ਨੇ ਭਾਵੇਂ ਵਿਡਰਾ ਹੋ ਜਾਣ ਜਾਂ ਚੱਲਦੇ ਵੀ ਰਹਿਣ, ਉਹਨਾਂ 'ਚ ਅਮੈਂਡਮੈਂਟ ਆ ਜਾਣ। ਕਿਸਾਨੀ ਦਾ ਮੁੱਦਾ, ਐਗਰੀਕਲਚਰ ਦਾ ਮੁੱਦਾ ਕਿਤੇ ਹੋਰ ਜ਼ਿਆਦਾ ਸੀਰੀਅਸ ਹੈ, ਉਹਦੇ 'ਚ ਉਹਦੀਆਂ ਹੋਰ ਕਈ ਡਿਮੈਂਸ਼ਨ ਨੇ ਜਿਹਦੇ ਬਾਰੇ ਵਿਚਾਰ ਹੋਣਾ ਚਾਹੀਦਾ ਔਰ ਸੋਚ ਵਿਚਾਰ ਅੱਗੇ ਚੱਲਣੀ ਚਾਹੀਦੀ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਸਟੈਗਨੇਸ਼ਨ ਆ ਗਈ ਸੀ ਐਗਰੀਕਲਚਰ 'ਚ। ਦੇਖੋ ਪੰਜਾਬ 'ਚ ਐਗਰੀਕਲਚਰ, ਅਸੀਂ ਪੰਜਾਬ ਨੂੰ ਪਿਛਲੇ ਸਾਲਾਂ 'ਚ ਐਗਰੀਕਲਚਰ ਗਰੋ ਕਰਦੇ ਰਹੇ ਤੇ ਹੁਣ ਅਸੀਂ ਕਹਿੰਦੇ ਉਸੇ ਐਗਰੀਕਲਚਰ ਨੂੰ ਡਿਸਮੈਂਟਲ ਕਰ ਦਿਓ। ਉਹ ਸਾਡਾ ਕੀ ਨੁਕਸਾਨ ਹੋਇਆ? ਸਾਡਾ ਨੁਕਸਾਨ ਹੋਇਆ ਨਾ ਤਾਂ IT ਰੈਵੋਲੂਸ਼ਨ ਆਇਆ, ਨਾ ਇੱਥੇ ਇੰਡਸਟਰੀਅਲ ਰੈਵੋਲੂਸ਼ਨ ਆਇਆ, ਕਿਉਂਕਿ ਅਸੀਂ ਐਗਰੇਰੀਅਨ ਸੁਸਾਇਟੀ ਬਣ ਕੇ ਰਹਿ ਗਏ। ਹੁਣ ਅੱਜ ਜੇ ਸਾਡੀ ਐਗਰੀਕਲਚਰ ਵੀ ਖਤਮ ਹੋ ਗਈ ਤੇ ਨਾ ਸਾਡਾ IT ਰੈਵੋਲੂਸ਼ਨ ਹੈ, ਨਾ ਇੰਡਸਟਰੀਅਲ ਰੈਵੋਲੂਸ਼ਨ ਹੈ, ਨਾ ਸਾਡਾ ਯੂਥ ਜਿਹੜਾ ਹਿਊਮਨ ਰਿਸੋਰਸ ਡਿਵੈਲਪ ਹੋਇਆ। ਪੰਜਾਬ ਤਾਂ ਹਰਿਆਣਾ ਦੇਸ਼ ਦੀ ਨੂੰ ਕੰਟਰੀਬਿਊਟ ਕਰਕੇ ਫੂਡ, ਅੱਜ ਦੇ ਆਰ ਬੀਇੰਗ ਪਨਿਸ਼ਡ ਫॉर दैट। तो ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹਦੇ ਵਿੱਚ ਇਸੇ ਬਾਰੇ ਵਿਚਾਰ ਹੋਣਾ ਚਾਹੀਦਾ ਹੈ ਕਿ ਹੁਣ ਪੈਰਾਡਾਈਮ ਸ਼ਿਫਟ ਕਿੱਦਾਂ ਲਿਆਣਾ ਹੈ ਕਿ ਹੁਣ ਅਸੀਂ ਐਗਰੀਕਲਚਰ ਦੇ ਉਸ ਲੈਵਲ ਤੇ ਪਹੁੰਚ ਗਿਆ ਮੁਕਾਮ ਤੇ ਜਿੱਥੋਂ ਉਹਨੂੰ ਇੰਡਸਟਰੀ, ਟ੍ਰੇਡ, ਨਵੇਂ ਜਿਹੜੇ ਟੈਕਨੋਲੋਜੀ ਲਿਆ ਕੇ ਕਿਸ ਤਰ੍ਹਾਂ ਇਹਨੂੰ ਅੱਗੇ ਲੈ ਕੇ ਜਾਣਾ ਹੈ, ਉਹਦਾ ਵਿਚਾਰ ਹੋਣਾ ਬਹੁਤ ਜ਼ਰੂਰੀ ਹੈ। ਇੱਕ ਤੁਹਾਡੇ ਕੋਲ ਸਵਾਲ ਬਹੁਤ ਜ਼ਰੂਰੀ ਹੈ, ਸੁਪਰੀਮ ਕੋਰਟ ਵਿੱਚ ਪੈ ਗਿਆ, ਤੁਹਾਨੂੰ ਇੱਕ ਤੇ ਦੱਸੋ ਵੀ ਇਹਦਾ ਹੱਲ ਕਿੱਥੇ ਕੁ ਲੱਗਦਾ? ਦੂਸਰਾ, ਸੁਪਰੀਮ ਕੋਰਟ ਸਹਾਈ ਹੋ ਸਕਦਾ ਇਹ ਸਾਰੇ ਕ੍ਰਾਈਸਿਸ ਨੂੰ ਦੂਰ ਕਰਨ ਲਈ? ਦੇਖੋ ਮੇਰੇ ਹਿਸਾਬ ਫਿਰ ਤਾਂ ਹੱਲ ਤਾਂ ਹੋ ਹੀ ਗਿਆ। ਹੋ ਗਿਆ ਜੀ? ਕਿਵੇਂ? ਹੱਲ ਤਾਂ ਇਹ ਹੋ ਗਿਆ ਕਿ ਮੈਸੇਜ ਸਾਰੇ ਆਵਾਮ 'ਚ ਚਲਾ ਗਿਆ ਔਰ ਰੂਲਿੰਗ ਕਲਾਸ, ਰੂਲਿੰਗ ਪਾਰਟੀਆਂ ਅੱਜ ਜਿਹੜੀਆਂ ਚੀਅਰ ਲੀਡਰ ਬਣੀਆਂ, ਮੈਸੇਜ ਉਹਨਾਂ ਨੂੰ ਵੀ ਚਲਾ ਗਿਆ। ਮੇਰੇ ਲਈ ਤਾਂ ਐਜ਼ ਏ ਸਟੂਡੈਂਟ ਆਫ ਪੋਲੀਟਿਕਸ ਮੇਰੇ ਲਈ ਬੜਾ ਵੱਡਾ ਇੱਕ ਇਹ ਹੈ ਕਿ ਜੇ ਤੁਸੀਂ ਲੋਕਾਂ ਦੇ ਨਾਲ ਕਨੈਕਟਿਡ ਨਹੀਂ ਰਹੋਗੇ ਤੇ ਲੋਕ ਤੁਹਾਨੂੰ ਆਪਣੀਆਂ ਮੂਵਮੈਂਟ ਤੋਂ ਬਾਹਰ ਕੱਢ ਦੇਣਗੇ। ਤੁਹਾਡਾ ਮਤਲਬ ਕਿਸਾਨ ਅੰਦੋਲਨ ਜਿੱਤ ਗਏ ਨੇ ਇਖਲਾਕੀ ਤੌਰ ਤੇ? ਇਹ ਇਖਲਾਕੀ ਤੌਰ ਤੇ। ਦੂਜਾ, ਇਹਦੇ 'ਚ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਬਾਰੇ ਇੱਕ ਜਿਹਨੂੰ ਅਸੀਂ ਕਹਿੰਦੇ ਵੱਡੀ ਕੈਨਵਸ ਬਣ ਗਈ ਹੈ। ਉਹਦੇ ਬਾਰੇ ਯੂਨੀਵਰਸਿਟੀਆਂ 'ਚ, ਉਹਦੇ ਬਾਰੇ ਜਿਹੜੇ ਇਦਾਰੇ ਨੇ ਐਗਰੀਕਲਚਰ ਦੇ ਦੂਜੇ, ਉਹਨਾਂ 'ਚ ਵਿਚਾਰ ਹੋਣਾ ਸ਼ੁਰੂ ਹੋ ਗਿਆ। ਮੈਂ ਇਹਨੂੰ ਵੀ ਬੜੀ ਵੱਡੀ ਇੱਕ ਜਿੱਤ ਸਮਝਦਾ। ਨਹੀਂ ਤੇ ਤੁਹਾਨੂੰ ਮੈਂ ਕਿਹਾ ਲੇਟ ਆਈ ਪਰ ਦਰੁਸਤ ਆਈ। ਔਰ ਤੀਜਾ ਜਿਹੜਾ ਇਹਦੇ 'ਚ ਮਸਲਾ ਜਿਹੜਾ ਜੁੜਿਆ ਹੋਇਆ ਕਿ ਈਵਨ ਭਾਰਤ ਸਰਕਾਰ ਉਹਨੂੰ ਵੀ ਲੱਗਿਆ ਵੀ ਸਾਰਾ ਹਿੰਦੁਸਤਾਨ ਇੱਕੋ ਜਿਹਾ ਨਹੀਂ, ਹਰ ਰੀਜਨ 'ਚ ਅਲੱਗ-ਅਲੱਗ ਤਰ੍ਹਾਂ ਦੇ ਮੁੱਦੇ ਨੇ। ਜੇ ਕਿਸੇ ਜਗ੍ਹਾ ਤੇ ਕਿਸਾਨ ਅੰਦੋਲਨ ਨਹੀਂ ਹੋ ਰਿਹਾ ਤੇ ਉਹਨਾਂ ਦੇ ਮੁੱਦੇ ਸ਼ਾਇਦ ਅਲੱਗ ਨੇ। ਸੋ ਹਿੰਦੁਸਤਾਨ ਦੇ ਵਿੱਚ ਇੱਕ ਤਰੀਕੇ ਨਾਲ ਇੱਕ ਤਰ੍ਹਾਂ ਦਾ ਕਾਨੂੰਨ ਲਿਆ ਕੇ ਰਾਜ ਨਹੀਂ ਕੀਤਾ ਜਾ ਸਕਦਾ। ਇਹਦੇ 'ਚ ਹਰ ਸਟੇਟ ਦੇ ਹਿਸਾਬ ਸਿਰ, ਹਰ ਰੀਜਨ ਦੇ ਹਿਸਾਬ ਸਿਰ ਕਾਨੂੰਨ ਬਣਨਗੇ ਔਰ ਹਰ ਪ੍ਰੋਫੈਸ਼ਨ ਦੇ ਹਿਸਾਬ ਸਿਰ ਬਣਨਗੇ ਔਰ ਫੂਡ ਜਿਹੜਾ ਹੈ ਉਹ ਵੀ ਇੱਕ ਅਲੱਗ ਕਮੋਡਿਟੀ ਹੈ, ਉਹਦੇ ਅਲੱਗ ਰੂਲ ਹੋਣਗੇ। ਤੇ ਸ਼ਾਇਦ ਇਸ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਵੀ ਇੱਕ ਹੋਰ ਮੈਂ ਸਵਾਲ ਕਰਨਾ ਚਾਹੁੰਦਾ। ਲੀਡਰਸ਼ਿਪ, ਆਪਾਂ ਸਿਆਸੀ ਲੀਡਰਾਂ ਦੀ ਗੱਲ ਕੀਤੀ, ਕਿਤੇ ਲੱਗਦਾ ਨਹੀਂ ਵੀ 32 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੀ ਲੀਡਰਸ਼ਿਪ ਜਿਹੜੀ ਹੈ, ਕੋਈ ਸ਼ੱਕ ਨਹੀਂ ਉਹ ਬਹੁਤ ਸੰਜਮ ਨਾਲ, ਬਹੁਤ ਯੂਨਿਟੀ ਨਾਲ, ਬਹੁਤ ਵਧੀਆ ਢੰਗ ਨਾਲ ਅੱਗੇ ਵਧ ਰਹੀ ਹੈ। ਪਰ ਕਿਤੇ ਲੱਗਦਾ ਨਹੀਂ ਵੀ ਆਮ ਕਿਸਾਨਾਂ ਨੇ ਕਿਸਾਨਾਂ ਦੀ ਲੀਡਰਸ਼ਿਪ ਨੂੰ ਵੀ ਰਾਹ ਦਿਖਾਇਆ? ਕਿਉਂਕਿ ਜੇ ਸਿੰਘੂ ਬਾਰਡਰ ਤੇ ਗਏ ਨੇ ਤੇ ਲੀਡਰਸ਼ਿਪ ਦਾ ਫੈਸਲਾ ਨਹੀਂ ਉਹਨਾਂ ਦਾ ਇਹ ਜਿੱਥੇ ਨਾਕੇ ਤੇ ਰੋਕਣਗੇ ਉੱਥੇ ਰੁਕ ਜਾਣਗੇ ਤੇ ਉਹਦੇ ਮੁਤਾਬਕ ਫਿਰ ਸੰਭੂ ਬਾਰਡਰ ਤੇ ਹੀ ਰੁਕ ਜਾਣਾ ਸੀ। ਲੱਗਦਾ ਨਹੀਂ ਵੀ ਕਿਸਾਨ, ਆਮ ਸਧਾਰਨ ਕਿਸਾਨਾਂ ਨੇ ਕਿਸਾਨ ਲੀਡਰਾਂ ਨੂੰ ਵੀ ਇੱਕ ਸਬਕ ਦਿੱਤਾ? ਨਹੀਂ, ਬਿਲਕੁਲ। ਇਹ ਜਿਹੜਾ ਵੈਸੇ ਕਰਕੇ ਕਿ ਆਵਾਮ ਨੇ ਮੂਵਮੈਂਟ ਲਾਂਚ ਕੀਤੀ ਹੈ, ਲੀਡਰ ਜਿਹੜੇ ਨੇ ਦੇ ਆਰ ਲੈਡ ਬਾਈ ਦਾ ਪੀਪਲ। ਇਹ ਬੜਾ ਗਲਤ ਹੈ। ਲੀਡਰਾਂ ਨੂੰ ਲੋਕਾਂ ਨੂੰ ਲੀਡ ਕਰਨਾ ਚਾਹੀਦਾ, ਨਾ ਕਿ ਉਹਨਾਂ ਤੋਂ ਲੀਡ। ਇਸੇ ਕਰਕੇ ਮੈਂ ਕਿਹਾ ਚੀਅਰ ਲੀਡਰ ਬਣ ਕੇ ਰਹਿ ਗਏ। ਇਹ ਦੁਖਾਂਤ ਹੈ ਰਾਜਨੀਤੀ ਦਾ, ਡੈਮੋਕ੍ਰੇਸੀ ਦਾ, ਕਿਉਂਕਿ ਲੀਡਰਸ਼ਿਪ ਦਾ ਰੋਲ ਹੈ ਲੀਡ ਕਰਨਾ, ਨਵੇਂ ਇਸ਼ੂ ਨੂੰ ਅੱਗੇ ਲੈ ਕੇ ਆਉਣਾ। ਮੈਨੂੰ ਯਾਦ ਹੈ ਜਦੋਂ ਪੰਜਾਬ ਦੇ ਅਸੀਂ ਪੈਰਾਡਾਈਮ ਸ਼ਿਫਟ ਦੀ ਗੱਲ ਕਰਦੇ ਆਏ ਕਈ ਸਾਲਾਂ ਤੋਂ, ਤੇ ਵਿੱਚੋਂ ਇੱਕ ਫੇਜ਼ ਆਇਆ ਜਿਹਦੇ 'ਚ ਪੰਜਾਬ 'ਚ ਕੁਝ ਰਿਫਾਰਮਸ ਹੋਏ ਵੀ। ਜਿਵੇਂ ਤੁਸੀਂ ਦੇਖੋ ਪੰਜਾਬ 'ਚ ਪਾਵਰ ਸਰਪਲਸ ਹੋਇਆ, ਐਗਰੀਕਲਚਰ 'ਚ ਪਹਿਲੇ 8 ਘੰਟੇ ਨਹੀਂ ਤੇ ਲੋਡ ਸ਼ੈਡਿੰਗ ਹੁੰਦੀ ਸੀਗੀ ਤੇ ਬਿਜਲੀ ਮਿਲਦੀ ਸੀ ਸਿਰਫ। ਉਸ ਵੇਲੇ ਸੜਕਾਂ ਵੀ ਬਣੀਆਂ ਹੈ, ਜਦੋਂ 에ਅਰਪੋਰਟ ਵੀ ਬਣੇਗੀ, ਟ੍ਰੇਡ ਚੰਗੀ ਤਰ੍ਹਾਂ ਹੋ ਸਕੇ, ਪ੍ਰਸ਼ਾਸਨਿਕ ਸੁਧਾਰਾਂ ਦੀ ਗੱਲ ਵੀ ਹੋਈ। ਉਦੋਂ ਲੋਕਾਂ ਨੇ ਹੁੰਗਾਰਾ ਭਰਿਆ ਉਸ ਲੀਡਰਸ਼ਿਪ ਲਈ। ਪਰ ਜਦੋਂ ਉਹ ਲੀਡਰਸ਼ਿਪ ਉਹ ਕੰਮ ਕਰਨੋਂ ਹਟ ਗਈ, ਉਹ ਹਾਸ਼ੀਏ ਤੇ ਚਲੀ ਗਈ। ਸੋ ਮੈਨੂੰ ਇਹ ਲੱਗਦਾ ਹੈ ਕਿ ਲੋਕ ਜਿਹੜੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਤਿਆਰ ਨੇ ਇੱਕ ਨਵੀਂ ਚੇਂਜ ਲਈ,
ਇੱਕ ਅਲੱਗ ਤਰ੍ਹਾਂ ਦੀ ਸੋਚ ਲਈ, ਪ੍ਰੋਗਰੈਸਿਵ ਸੋਚ ਲਈ, ਕਿਉਂਕਿ ਅਸੀਂ ਸਟੈਗਨੇਟ ਕਰ ਰਹੇ ਹਾਂ। ਡਾਕਟਰ ਸਾਹਿਬ ਸਮਾਂ ਬੜਾ ਨੇੜੇ ਆ ਗਿਆ ਖਤਮ ਹੁੰਦੇ, ਇੱਕ ਸਵਾਲ, ਤੁਸੀਂ ਕੋਈ ਕਿਸਾਨ ਲੀਡਰਸ਼ਿਪ ਨੂੰ ਕੋਈ ਮੈਸੇਜ ਆਪਣੇ ਵੱਲੋਂ ਦੇਣਾ ਚਾਹੁੰਦੇ? ਦੇਖੋ ਇਸ ਵੇਲੇ ਤਾਂ ਕਿਸਾਨ ਲੀਡਰਸ਼ਿਪ ਸਭ ਨੂੰ ਮੈਸੇਜ ਦੇ ਰਹੀ ਹੈ, ਕਿਆ ਬਾਤ। ਤੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਸਾਰੇ ਜਿਹੜੇ ਸੋਚਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਫਿਰ ਮੌਕਾ ਦਿੱਤਾ ਦੁਬਾਰਾ, ਕਿ ਤੁਸੀਂ ਆਪਣੀ ਸੋਚ ਦੁਬਾਰਾ ਕਰੋ, ਉਹਦੇ ਬਾਰੇ ਸੋਚੋ, ਲੋਕਾਂ ਨਾਲ ਜੋੜ ਕੇ ਸੋਚੋ, ਪ੍ਰੋ ਪੀਪਲ ਸੋਚ ਲਿਆਓ, ਜਿਹਦੇ ਨਾਲ ਸਮਾਜ ਦਾ, ਲੋਕਾਂ ਦਾ ਤੇ ਦੇਸ਼ ਦਾ ਫਾਇਦਾ ਹੋਏਗਾ। ਤੇ ਮੈਂ ਸਮਝਦਾ ਉਹਨਾਂ ਲਈ ਤਾਂ ਇਹ ਹੈ ਵੀ ਇਹੋ ਜਿਹੀ ਮੈਸੇਜ ਸਾਨੂੰ ਦਿੰਦੇ ਰਹਿਣ, ਅਸੀਂ ਇਸੇ ਕੰਮ ਤੇ ਲੱਗੇ ਰਹੀਏ। ਕੀ ਬਾਤ ਹੈ। ਸੋ ਡਾਕਟਰ ਪ੍ਰਮੋਦ ਹੋਣਾ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ। ਪਹਿਲੀ ਗੱਲ ਤੇ ਉਹਨਾਂ ਨੇ ਕਹਿ ਦਿੱਤੀ ਵੀ ਕਿਸਾਨਾਂ ਨੇ ਅਸਲ 'ਚ ਜਿਹੜਾ ਅੰਦੋਲਨ ਉਹਨੂੰ ਜਿੱਤ ਲਿਆ, ਭਾਵੇਂ ਵੀ ਸਰਕਾਰ ਨੂੰ ਵੀ ਅਹਿਸਾਸ ਕਰਵਾ ਦਿੱਤਾ ਵੀ ਉਹ ਕਿਤੇ ਗਲਤ ਸੀ, ਔਰ ਜਨਤਕ ਤੌਰ ਤੇ ਵੀ ਇੱਕ ਹਵਾ ਬਣਾ ਦਿੱਤੀ ਵੀ ਲੋਕ ਮੁੱਦੇ ਕਿਵੇਂ ਉਠਾਈਦੇ ਨੇ। ਉਹਨਾਂ ਨੇ ਤੇ ਹੋਰ ਵੱਡੀ ਗੱਲ ਕਹਿ ਦਿੱਤੀ ਵੀ ਸਾਡੇ ਵਰਗੇ ਮੰਥਨ ਕਰਨ ਵਾਲਿਆਂ ਨੂੰ ਵੀ ਕਿਸਾਨ ਲੀਡਰਾਂ ਨੇ ਨਵੀਂ ਸੋਚ ਦਿੱਤੀ ਹੈ। ਸੋ ਇਹ ਕਾਮਨਾ ਕਰਦੇ ਆ ਕਿਸਾਨ ਅੰਦੋਲਨ ਜਿੱਥੇ ਪੁੱਜਾ, ਹਰੇਕ ਘਰ ਵਿੱਚ ਚਿੰਤਾ ਆ, ਫਿਕਰ ਹੈ ਔਰ ਅਰਦਾਸਾਂ ਹੋ ਰਹੀਆਂ, ਜਲਦ ਕਿਸਾਨ ਅੰਦੋਲਨ ਜਿੱਤੇ, ਜਲਦ ਇਹਦਾ ਹੱਲ ਨਿਕਲੇ ਤੇ ਸਾਡੇ ਜਿਹੜੇ ਵੀਰ ਭੈਣ ਭਰਾ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ ਜਿਹੜੇ ਠੰਡੀਆਂ ਰਾਤਾਂ 'ਚ ਸੰਘਰਸ਼ ਕਰ ਰਹੇ ਨੇ, ਉਹ ਆਪਣੇ ਘਰ ਪਰਤਣ ਤੇ ਪੰਜਾਬ ਫਿਰ ਹੱਸਦਾ ਖੇਡਦਾ ਸਾਰਿਆਂ ਨੂੰ ਦਿਸੇ।